ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 19ਵਾਂ। ਕਈ ਲੋਕ ਸਿਰਫ ਬਹਿਸ ਕਰਨ ਕਰਕੇ ਹੀ ਕਹਿੰਦੇ ਹਨ ਕਿ ਡਾਕਟਰ ਕਿਵੇਂ ਮੁਦਾਖਲਤ ਕਰ ਦਿੰਦੇ ਹਨ। ਡਾਕਟਰ ਕਿਸੇ ਤਰ੍ਹਾਂ ਦੀ ਕੋਈ ਮੁਦਾਖਲਤ ਨਹੀਂ ਕਰਦਾ, ਸਿਰਫ ਟੈਸਟ ਕਰਕੇ ਦੱਸ ਦਿੰਦਾ ਹੈ ਕਿ ਇਸ ਕੁਦਰਤੀ ਸਿਸਟਮ ਵਿੱਚ ਕਿੱਥੇ ਕੀ ਖਰਾਬੀ ਹੈ। ਕਈ ਖਰਾਬੀਆਂ ਡਾਕਟਰ ਦੇ ਠੀਕ ਕਰਨ ਯੋਗ ਹੁੰਦੀਆਂ ਹਨ। ਕਈ ਵਾਰ ਕਿਸੇ ਸਰੀਰਕ ਨੁਕਸ ਕਾਰਨ, ਕਿਸੇ ਨਾੜੀ ਦੇ ਬੰਦ ਹੋਣ ਕਰਕੇ ਸ਼ੁਕਰਾਣੂ ਬਾਹਰ ਨਹੀਂ ਨਿਕਲਦੇ, ਜਾਂ ਕੋਈ ਝਿੱਲੀ ਵਰਗਾ ਪਰਦਾ ਰੁਕਾਵਟ ਪਾਉਂਦਾ ਹੋਵੇ ਤਾਂ ਡਾਕਟਰ ਆਪਰੇਸ਼ਨ ਕਰਕੇ ਜਾਂ ਕਿਸੇ ਦਵਾਈ ਦੀ ਮਦਦ ਨਾਲ ਉਹ ਰੁਕਾਵਟ ਦੂਰ ਕਰ ਦਿੰਦੇ ਹਨ ਅਤੇ ਰਸਤਾ ਖੁੱਲ੍ਹ ਜਾਣ ਨਾਲ ਬੱਚਾ ਪੈਦਾ ਹੋ ਜਾਂਦਾ ਹੈ। ਇਹ ਡਾਕਟਰ ਦੀ ਡਾਕਟਰੀ ਵਿਦਿਆ ਨਾਲ ਹੁੰਦਾ ਹੈ, ਅਸੀਸਾਂ ਜਾਂ ਬਚਨਾ ਕਰਕੇ ਨਹੀਂ। ਐਸੇ ਵੀ ਕੇਸ ਹਨ ਜਿੱਥੇ ਡਾਕਟਰ ਕਹਿੰਦਾ ਹੈ ਮੁਆਫ ਕਰਨਾ ਕੁਝ ਨਹੀਂ ਹੋ ਸਕਦਾ। ਜਿਉਂਦੇ ਸਾਧ ਤਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੀ ਹਨ। ਇੱਥੇ ਤਾਂ ਕਈ ਲੋਕ ਐਸੇ ਵੀ ਹਨ ਜੋ ਬਹੁਤ ਸਮਾਂ ਪਹਿਲਾਂ ਦੇ ਮਰ ਚੁੱਕੇ ਸਾਧਾਂ ਦੀਆਂ ਕਬਰਾਂ ਕੋਲੋਂ ਪੁੱਤਾਂ ਦੀਆਂ ਮੁਰਾਦਾਂ ਮੰਗਣ ਤੁਰ ਪੈਂਦੇ ਹਨ, ਜਿਸ ਬਾਰੇ ਦਾਦੂ ਫਕੀਰ ਨੇ ਕਿਹਾ ਹੈ, ਦਾਦੂ ਦੁਨੀਆ ਬਾਵਰੀ ਮੜੀਆਂ ਪੂਜਣ ਊਤ, ਜਿਹੜੇ ਆਪ ਜਹਾਨੋਂ ਲੱਦ ਗਏ ਉਹਨਾਂ ਕੀ ਦੇਣੇ ਪੂਤ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ, ਜਿਨ੍ਹਾਂ ਦਾ ਆਪਣੇ ਭਰਾ ਨਾਲ ਬਹੁਤ ਪਿਆਰ ਸੀ, ਉਹਨਾਂ ਦੇ ਘਰ ਔਲਾਦ ਨਹੀਂ ਹੋਈ। ਬੇਬੇ ਨਾਨਕੀ ਜੀ ਲਾ ਵਲਦ ਹੀ ਰਹੇ, ਪਰ ਜੇ ਸਾਖੀਆਂ ਪੜ੍ਹੀਏ ਤਾਂ ਉਹ ਗੁਰੂ ਨਾਨਕ ਜੀ ਦੇ ਚਮਤਕਾਰਾਂ ਨਾਲ ਭਰੀਆਂ ਪਈਆਂ ਹਨ। ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ। ਸਿਰਲੇਖ ਕੀ ਠੀਕ ਕੀ ਗਲਤ। ਪੰਜਾਬੀ ਦੀ ਇੱਕ ਕਹਾਵਤ ਹੈ, ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਮਾਂ ਮੁਆਫਕ। ਖਾਣ ਪੀਣ ਤੇ ਪਹਿਨਣ ਦੀਆਂ ਗੱਲਾਂ ਦਾ ਸੰਬੰਧ ਇਲਾਕਾਈ ਹੁੰਦਾ ਹੈ, ਧਾਰਮਿਕ ਨਹੀਂ। ਹਜ਼ਰਤ ਮੁਹੰਮਦ ਸਾਹਿਬ ਨੇ ਗਰਮ ਇਲਾਕੇ ਦੇ ਰਹਿਣ ਵਾਲੇ ਹੋਣ ਕਰਕੇ ਸ਼ਰਾਬ ਪੀਣੀ ਮਨਾ ਕਰ ਦਿੱਤੀ ਸੀ। ਸਾਰੇ ਅਰਬ ਤੇ ਹੋਰ ਇਲਾਕੇ ਵਿੱਚ 46 ਡਿਗਰੀ ਤੋਂ 48 ਡਿਗਰੀ ਦੇ ਕਈ ਵਾਰ 50 ਡਿਗਰੀ ਸੈਲਸੀਅਸ ਤੱਕ ਵੀ ਗਰਮੀ ਪੈਂਦੀ ਹੈ। ਖਜੂਰਾਂ ਖਾਣੀਆਂ ਤੇ ਪਾਣੀ ਪੀਣਾ ਜਾਂ ਊਠ ਦਾ ਮਾਸ ਖਾਣਾ ਉੱਥੋਂ ਦੇ ਲੋਕਾਂ ਦੀ ਮੁੱਖ ਖੁਰਾਕ ਸੀ। ਇਲਾਕਾ ਰੇਤਲਾ ਮਾਰੂਥਲ ਹੋਣ ਦੇ ਨਾਲ ਨਾਲ ਹਰਿਆਵਲ ਦੀ ਘਾਟ ਤੇ ਬਾਰਿਸ਼ ਦੇ ਨਾ ਪੈਣ ਕਰਕੇ ਰੇਤ ਦੇ ਟਿੱਬਿਆਂ ਤੇ ਤੱਤੀ ਹਵਾ ਤੇ ਤਾ ਦੀਆਂ ਹਰਨੀਆਂ ਭੱਜਦੀਆਂ ਦਿਸਦੀਆਂ ਸਨ ਜਾਂ ਦਿਸਦੀਆਂ ਹਨ। ਜਿਹੜੇ ਅਰਬ ਦੇਸ਼ਾਂ ਦੇ ਲੋਕ ਸਮੁੰਦਰਾਂ ਦੇ ਕੰਢਿਆਂ ਲਾਗੇ ਰਹਿੰਦੇ ਸਨ, ਉਹ ਮੱਛੀ ਤੇ ਗੁਜ਼ਾਰਾ ਕਰਦੇ ਸਨ। ਗਰਮੀ ਦੀ ਵਜ੍ਹਾ ਕਰਕੇ ਹੀ ਅਰਬੀ ਲੋਕ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਖੁੱਲ੍ਹਾ ਚੋਲੇ ਵਰਗਾ ਕੱਪੜਾ ਪਾਉਂਦੇ ਹਨ। ਗਰਮ ਹਵਾ ਵਿੱਚ ਕਿਤੇ ਸਿਰ ਤੇ ਪਾਇਆ ਹੋਇਆ ਕੱਪੜਾ ਉੱਡ ਨਾ ਜਾਵੇ, ਇਸ ਲਈ ਸਿਰ ਤੇ ਗੋਲ ਰੱਸਾ ਜਿਹਾ ਬੰਨ੍ਹ ਲੈਂਦੇ ਹਨ, ਜਿਸ ਨੂੰ ਗਤਰਾ ਤੇ ਕੰਦੂਰਾ ਕਹਿੰਦੇ ਹਨ। ਅਰਬੀ ਲੋਕ ਪੈਰਾਂ ਵਿੱਚ ਚੱਪਲਾਂ ਜਿਹੀਆਂ ਵਰਗੀ ਜੁੱਤੀ ਪਾਉਂਦੇ ਹਨ, ਤਾਂ ਕਿ ਰੇਤ ਵਿੱਚ ਤੁਰਨ ਵੇਲੇ ਜੇ ਜੁੱਤੀ ਵਿੱਚ ਰੇਤ ਭਰ ਜਾਵੇ ਤਾਂ ਪੈਰ ਉਤਾਂਹ ਨੂੰ ਕਰਕੇ ਝਾੜੀ ਜਾ ਸਕੇ। ਆਮ ਤੌਰ ਤੇ ਅਰਬ ਦੇਸ਼ਾਂ ਦੀ ਤਰੱਕੀ ਤੋਂ ਪਹਿਲਾਂ, ਅਰਥਾਤ 1971 ਤੋਂ ਪਹਿਲਾਂ, ਜਦੋਂ ਅਰਬ ਮੁਲਕ ਅੰਗਰੇਜ਼ਾਂ ਹੱਥੋਂ ਆਜ਼ਾਦ ਹੋਏ, ਉਦੋਂ ਤੱਕ ਅਰਬੀਆਂ ਵਿੱਚ ਖਡੂਤਰੇ ਦੀ ਬਿਮਾਰੀ ਬੜੀ ਆਮ ਸੀ। ਡਖੂਤਰੇ ਦੀ ਬਿਮਾਰੀ ਬੜੀ ਆਮ ਸੀ। ਇਹ ਬਿਮਾਰੀ ਹਮੇਸ਼ਾ ਗਰਮੀਆਂ ਦੇ ਦਿਨਾਂ ਵਿੱਚ ਪਾਣੀ ਦੀ ਘਾਟ ਕਾਰਨ ਹੁੰਦੀ ਹੈ। ਬੰਦੇ ਨੂੰ ਥੋੜਾ ਥੋੜਾ ਪਿਸ਼ਾਬ ਆਉਂਦਾ ਹੈ ਤੇ ਪਿਸ਼ਾਬ ਕਰਨ ਤੋਂ ਬਾਅਦ ਵੀ ਬੜੀ ਤਿੱਖੀ ਜਿਹੀ ਜਲਨ ਹੁੰਦੀ ਰਹਿੰਦੀ ਹੈ। ਉਸ ਜਲਨ ਨਾਲ ਹੀ ਦੁਬਾਰਾ ਪਿਸ਼ਾਬ ਕਰਨ ਦੀ ਹਾਜਤ ਹੁੰਦੀ ਹੈ, ਪਰ ਪਿਸ਼ਾਬ ਆਉਂਦਾ ਨਹੀਂ। ਪੰਜਾਬ ਵਿੱਚ ਤੱਤੇ ਖਰਬੂਜੇ ਆਦਿ
ਖਾਣ ਤੇ ਘੱਟ ਪਾਣੀ ਪੀਣ ਨਾਲ ਇਹ ਬਿਮਾਰੀ ਹੋ ਜਾਂਦੀ ਹੈ। ਪੰਜਾਬੀ ਵਿੱਚ ਕਹਾਵਤ ਮਸ਼ਹੂਰ ਹੈ, ਤੱਤਾ ਖਾਵੇ ਤੇ ਮਰੇ ਡਖੂਤਰੇ। 1400 ਸਾਲ ਤੋਂ ਜਦੋਂ ਦੇ ਹਜ਼ਰਤ ਮੁਹੰਮਦ ਸਾਹਿਬ ਹੋਏ ਹਨ ਤੇ ਮੁਸਲਮਾਨ ਧਰਮ ਹੋਂਦ ਵਿੱਚ ਆਇਆ ਹੈ, ਅਰਬਾਂ ਦਾ ਇਹੋ ਹੀ ਹਾਲ ਰਿਹਾ ਹੈ। ਬਿਨਾਂ ਸ਼ਰਾਬ ਪੀਣ ਤੋਂ ਹੀ ਅਰਬੀ ਲੋਕ ਇਸ ਬਿਮਾਰੀ ਨਾਲ ਪੀੜਤ ਸਨ। ਜੇ ਹਜ਼ਰਤ ਮੁਹੰਮਦ ਸਾਹਿਬ ਸ਼ਰਾਬ ਦੀ ਵੀ ਖੁੱਲ੍ਹ ਦੇ ਦਿੰਦੇ ਤਾਂ ਸ਼ਾਇਦ ਕੋਈ ਵੀ ਅਰਬੀ ਇਸ ਬਿਮਾਰੀ ਤੋਂ ਬਚਿਆ ਨਹੀਂ ਰਹਿ ਸਕਦਾ ਸੀ। ਸ਼ਾਇਦ ਅਰਬੀਆਂ ਦੀ ਨਸਲਕੁਸ਼ੀ ਵੀ ਹੋ ਜਾਂਦੀ, ਕਿਉਂਕਿ ਜੇ ਕਿਸੇ ਬੀਬੀ ਨੂੰ ਬੱਚਾ ਨਾ ਹੁੰਦਾ ਹੋਵੇ ਤਾਂ ਡਾਕਟਰ ਪੁੱਛਦੇ ਹਨ, ਪਿਸ਼ਾਬ ਚੀਰ ਕੇ ਤੇ ਨਹੀਂ ਆਉਂਦਾ। ਉਸਦੇ ਪਤੀ ਨੂੰ ਵੀ ਇਹ ਹੀ ਸਵਾਲ ਪੁੱਛਿਆ ਜਾਂਦਾ ਹੈ, ਕਿਉਂਕਿ ਹਕਮਤ ਅਨੁਸਾਰ ਵੀ ਜੇ ਪਿਸ਼ਾਬ ਚੀਰ ਕੇ ਆਉਂਦਾ ਹੋਵੇ ਤਾਂ ਸਪਰਮ ਜੀਂਦੇ ਨਹੀਂ ਬਚਦੇ ਤੇ ਇਸ ਕਾਰਨ ਬੱਚਾ ਪੈਦਾ ਨਹੀਂ ਹੋ ਸਕਦਾ। ਪਰ ਦੂਜੇ ਪਾਸੇ ਠੰਡੇ ਦੇਸ਼ਾਂ ਵਿੱਚ ਜਿੱਥੇ ਬਰਫ਼ ਪੈਂਦੀ ਹੈ ਤੇ ਅੱਤ ਦੀ ਸਰਦੀ ਹੁੰਦੀ ਹੈ, ਜੇ ਕੋਈ ਵਿਅਕਤੀ ਠੰਡ ਦੀ ਚਪੇਟ ਵਿੱਚ ਆ ਜਾਵੇ ਤਾਂ ਉਹ ਮਰ ਵੀ ਸਕਦਾ ਹੈ। ਉਸ ਨੂੰ ਹਾਈਪੋਥਰਮੀਆ ਭਾਵ ਠੰਡ ਨਾਲ ਖੂਨ ਜੰਮਣਾ ਨਾਂ ਦੀ ਬਿਮਾਰੀ ਹੋ ਜਾਂਦੀ ਹੈ, ਜਿਸ ਨਾਲ ਸਰੀਰ ਦੀਆਂ ਨਾੜੀਆਂ ਵਿੱਚ ਚੱਲ ਰਹੇ ਲਹੂ ਦੇ ਗਤੱਲੇ ਭਾਵ ਕਲੋਟਸ ਜਿਹੇ ਬਣ ਜਾਂਦੇ ਹਨ ਤੇ ਜਦੋਂ ਕੋਈ ਖੂਨ ਦਾ ਗਤੱਲਾ ਦਿਲ ਤੋਂ ਅੱਗੇ ਨਹੀਂ ਜਾਂਦਾ ਤਾਂ ਦਿਲ ਵੀ ਬੰਦ ਹੋ ਜਾਂਦਾ ਹੈ ਜਾਂ ਬੰਦ ਹੋ ਸਕਦਾ ਹੈ, ਕਿਉਂਕਿ ਦਿਲ ਵੀ ਇੱਕ ਐਸਾ ਪੰਪ ਹੈ ਜੋ 24 ਘੰਟਿਆਂ ਵਿੱਚ ਇੱਕ ਪੂਰੇ ਰੇਲ ਦੇ ਡੱਬੇ ਜਿੰਨਾ ਖੂਨ ਪੰਪ ਕਰਦਾ ਹੈ। ਦਿਲ ਇੱਕ ਦਿਨ ਵਿੱਚ 18,000 ਲੀਟਰ ਖੂਨ ਪੰਪ ਕਰਦਾ ਹੈ ਤੇ 1 ਘੰਟੇ ਵਿੱਚ 750 ਭਾਵ 750 ਲੀਟਰ। ਤੇ ਜਦੋਂ ਬੰਦਾ ਸੁੱਤਾ ਵੀ ਹੋਵੇ ਉਦੋਂ ਵੀ ਆਪਣੀ ਸਪੀਡ ਘੱਟ ਨਹੀਂ ਕਰਦਾ। ਹੁਣ ਕਿਤੇ ਤਾਂ ਸ਼ਰਾਬ ਪੀਣ ਕਰਕੇ ਡਖੂਤਰੇ ਵਰਗੀ ਖਤਰਨਾਕ ਬਿਮਾਰੀ ਹੋ ਜਾਂਦੀ ਹੈ ਤੇ ਕਿਤੇ ਨਾ ਪੀਣ ਕਰਕੇ ਹਾਈਪੋਥਰਮੀਆ ਹੋ ਜਾਂਦਾ ਹੈ। ਦੋਹਾਂ ਵਿੱਚੋਂ ਠੀਕ ਕਿਹੜੀ ਗੱਲ ਹੋਈ? ਪਰ ਹੁਣ ਜਦੋਂ ਕਿ ਅਰਬ ਦੇਸ਼ਾਂ ਵਿੱਚ ਹਰ ਝੁੱਗੀਨੁਮਾ ਕੋਠੜੀ ਵਿੱਚ ਵੀ ਏਸੀ ਲੱਗ ਚੁੱਕੇ ਹਨ ਤੇ ਪਾਣੀ ਦੀ ਵੀ ਕੋਈ ਕਮੀ ਨਹੀਂ, ਤਾਂ ਉਹ ਹੀ ਅਰਬੀ ਲੋਕ ਜਿਨ੍ਹਾਂ ਦੇ ਧਰਮ ਵਿੱਚ ਸ਼ਰਾਬ ਹਰਾਮ ਹੈ ਅੱਜ ਕੱਲ੍ਹ ਖੁੱਲ੍ਹੇਆਮ ਰੱਜ ਕੇ ਪੀਂਦੇ ਹਨ, ਕਿਉਂਕਿ ਹੁਣ ਉਹਨਾਂ ਨੂੰ ਡਖੂਤਰੇ ਵਰਗੀ ਕੋਈ ਬਿਮਾਰੀ ਨਹੀਂ ਲੱਗ ਸਕਦੀ। ਲੁਕਮਾਨ ਜੋ ਕਿ ਪਹੁੰਚਿਆ ਹੋਇਆ ਹਕੀਮ ਹੋਇਆ ਹੈ ਨੇ ਸ਼ਰਾਬ ਪੀਣ ਦੇ 101 ਫਾਇਦੇ ਲਿਖੇ ਹਨ, ਪਰ ਨਾਲ ਹੀ ਉਸਨੇ ਇੱਕ ਨੋਟ ਲਿਖ ਦਿੱਤਾ ਕਿ ਇਹ ਬੜੀ ਭ੍ਰਿਸ਼ਟ ਵਸਤੂ ਹੈ ਤੇ ਇਸ ਨੂੰ ਹੱਥ ਲਾਉਣਾ ਵੀ ਗੁਨਾਹ ਹੈ। ਇਸ ਦਾ ਮਤਲਬ ਵੀ ਇਹੀ ਬਣਦਾ ਹੈ ਕਿ ਕੋਈ ਚੀਜ਼ ਠੀਕ ਨਹੀਂ, ਕੋਈ ਗਲਤ ਨਹੀਂ। ਜਿਹੜੀ ਸ਼ਰਾਬ ਨੂੰ ਪੀਣ ਨਾਲ 101 ਫਾਇਦਾ ਹੁੰਦਾ ਹੈ, ਉਸੇ ਨੂੰ ਹੀ ਪੀ ਕੇ ਜੇ ਕੋਈ ਵਿਅਕਤੀ ਕਿਸੇ ਦੀ ਧੀ ਭੈਣ ਨੂੰ ਛੇੜ ਦੇਵੇ ਤਾਂ ਉਸ ਨੂੰ ਚੰਗਾ ਭਲਾ ਇੱਜ਼ਤਦਾਰ ਸ਼ਹਿਰੀ ਹੋਣ ਤੇ ਵੀ ਜੁੱਤੀਆਂ ਪੈ ਸਕਦੀਆਂ ਹਨ। ਸਿੱਖ ਸਾਧ ਸੰਤ ਤੇ ਹੋਰ ਲੋਕ ਸ਼ਰਾਬ ਦੀ ਗੱਲ ਇਸ ਤਰ੍ਹਾਂ ਕਰਦੇ ਹਨ ਜਿਵੇਂ ਇਹ ਕੋਈ ਕੀਟਨਾਸ਼ਕ ਦਵਾ ਹੋਵੇ ਤੇ ਇਹ ਪੀਣ ਨਾਲ ਸਿੱਖ ਮਾਰੀ ਜਾਣਗੇ। ਪਰ ਪੰਜਾਬ ਵਿੱਚ ਸਭ ਤੋਂ ਵੱਧ ਸ਼ਰਾਬ ਸਿੱਖ ਹੀ ਪੀਂਦੇ ਹਨ। ਸਾਰੇ ਭਾਰਤ ਦੇ ਸੂਬਿਆਂ ਨਾਲੋਂ ਪੰਜਾਬ ਵਿੱਚ ਸਭ ਤੋਂ ਵੱਧ ਸ਼ਰਾਬ ਪੀਤੀ ਜਾਂਦੀ ਹੈ। ਇੱਥੇ ਤਾਂ ਸਿੱਖ ਸ਼ਰਾਬ ਦੇ ਠੇਕੇ ਵੱਲ ਜਾਣ ਲੱਗਿਆਂ ਉਰਿਓਂ ਹੀ ਜੇਬ ਵਿੱਚੋਂ ਪੈਸੇ ਕੱਢਦੇ ਠੇਕੇ ਵੱਲ ਜਾਂਦੇ ਹਨ ਤਾਂ ਕਿ ਸ਼ਰਾਬ ਖਰੀਦਣ ਵਿੱਚ ਭੋਰਾ ਦੇਰ ਨਾ ਲੱਗ ਜਾਵੇ। ਭਾਈ ਦੇਸਾ ਸਿੰਘ ਤੇ ਭਾਈ ਚੌਪਾ ਸਿੰਘ ਦੇ ਰਹਿਤਨਾਮੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਰਣ ਮੇ ਚਲੋ ਤਾਂ ਮਦਰਾ ਪੀਵੋ, ਅਵਰ ਦਿਵਸ ਕਹੀਂ ਨਾਮ ਨਾ ਲੇਵੋ। ਕਾਰਨ ਬੜਾ ਸਿੱਧਾ ਹੈ, ਲੜਾਈ ਦੇ 2.5 ਫੱਟ ਹੁੰਦੇ ਹਨ ਤੇ ਸ਼ਰਾਬ ਪੀ ਕੇ ਬੰਦੇ ਨੂੰ ਕੁਝ ਚਿਰ ਲਈ ਮੌਤ ਦਾ ਡਰ ਭੁੱਲ ਜਾਂਦਾ ਹੈ ਜਾਂ ਘੱਟ ਹੋ ਜਾਂਦਾ ਹੈ। ਇਸ ਲਈ ਉਹ ਦਲੇਰ ਹੋ ਕੇ ਲੜਦਾ ਹੈ ਤੇ ਜਿੱਤ ਵੀ ਸਕਦਾ ਹੈ,
ਪਰ ਜੇ ਉਹੀ ਬੰਦਾ ਹਰ ਰੋਜ਼ ਸ਼ਰਾਬ ਪੀਣ ਦਾ ਆਦੀ ਹੋ ਜਾਵੇ ਤਾਂ ਫਿਰ ਸ਼ਰਾਬ ਉਸ ਬਹਾਦਰ ਵਿਅਕਤੀ ਤੇ ਸਵਾਰ ਹੋ ਜਾਂਦੀ ਹੈ ਤੇ ਉਹ ਬੰਦਾ ਵੀ ਅੱਤ ਦਾ ਡਰਪੋਕ ਹੋ ਜਾਂਦਾ ਹੈ ਤੇ ਗਰੀਬਾਂ ਤੇ ਨਿਤਿਆਣਿਆਂ ਤੇ ਜ਼ੁਲਮ ਕਰਨ ਲੱਗ ਪੈਂਦਾ ਹੈ। ਹਰ ਦੇਸ਼, ਇਥੋਂ ਤੱਕ ਕਿ ਪਾਕਿਸਤਾਨ ਵਰਗਾ ਕੱਟੜ ਇਸਲਾਮਿਕ ਦੇਸ਼ ਵੀ ਲੜਾਈ ਦੇ ਦਿਨਾਂ ਵਿੱਚ ਆਪਣੀ ਫੌਜ ਵਿੱਚ ਸ਼ਰਾਬ ਤਕਸੀਮ ਕਰਦਾ ਹੈ। ਬਰਫ਼ ਵਿੱਚ ਰਹਿਣ ਵਾਲੇ ਫੌਜੀਆਂ ਨੂੰ ਭਾਵੇਂ ਉਹ ਕਿਸੇ ਵੀ ਦੇਸ਼ ਦੇ ਹੋਣ ਤੇ ਉਹਨਾਂ ਦੇ ਧਰਮ ਵਿੱਚ ਸ਼ਰਾਬ ਦੀ ਮਨਾਹੀ ਹੋਵੇ, ਫਿਰ ਵੀ ਸ਼ਰਾਬ ਉਹਨਾਂ ਦੀ ਖੁਰਾਕ ਵਿੱਚ ਸ਼ਾਮਲ ਕਰ ਦਿੱਤੀ ਜਾਂਦੀ ਹੈ, ਕਿਉਂਕਿ ਜੇ ਇਸ ਤਰ੍ਹਾਂ ਨਾ ਕੀਤਾ ਜਾਵੇ ਤਾਂ ਉਹ ਮੂੰਹ ਮੂੰਹ ਬਰਫ਼ ਵਿੱਚ ਡਿੱਗੇ ਪਏ ਹੋਣਗੇ ਤੇ ਨਮੂਨੀਆ ਜਾਂ ਹੋਰ ਕਿਸੇ ਬਿਮਾਰੀ ਨਾਲ ਮਰੇ ਪਏ ਹੋਣਗੇ। ਇੱਥੋਂ ਤੱਕ ਕਿ ਪਹਾੜਾਂ ਦੇ ਚੜ੍ਹਨ ਵਾਲੀਆਂ ਖੱਚਰਾਂ ਤੇ ਘੋੜਿਆਂ ਨੂੰ ਵੀ ਰੰਮ ਦਿੱਤੀ ਜਾਂਦੀ ਹੈ। ਬੰਦਿਆਂ ਵਾਲੀ ਰੰਮ ਤੇ ਖੱਚਰਾਂ ਵਾਲੀ ਰੰਮ ਵਿੱਚ ਵੀ ਕੋਈ ਜ਼ਿਆਦਾ ਅੰਤਰ ਨਹੀਂ ਹੁੰਦਾ। ਜਿੱਥੇ ਬਾਕੀ ਦੇ ਸਾਰੇ ਪੈਗੰਬਰਾਂ ਤੇ ਗੁਰੂਆਂ ਨੇ ਸ਼ਰਾਬ ਦੇ ਨਸ਼ੇ ਨੂੰ ਚੰਗਾ ਨਹੀਂ ਸਮਝਿਆ, ਉੱਥੇ ਯਿਸੂ ਮਸੀਹ ਸ਼ਰੇਆਮ ਸ਼ਰਾਬ ਪੀਂਦੇ ਸਨ ਤੇ ਅੱਜ ਵੀ ਦੁਨੀਆ ਵਿੱਚ ਸਭ ਤੋਂ ਵੱਧ ਪੈਰੋਕਾਰ ਯਿਸੂ ਮਸੀਹ ਦੇ ਈਸਾਈ ਹੀ ਹਨ। ਪਹਿਲੇ ਨੰਬਰ ਤੇ ਦੁਨੀਆ ਵਿੱਚ ਵੱਧ ਗਿਣਤੀ ਈਸਾਈਆਂ ਦੀ, ਫਿਰ ਮੁਸਲਮਾਨਾਂ ਦੀ, ਫਿਰ ਰੱਬ ਨੂੰ ਨਾ ਮੰਨਣ ਵਾਲਿਆਂ ਦੀ ਤੇ ਫਿਰ ਕਿਤੇ ਜਾ ਕੇ ਹਿੰਦੂ ਧਰਮ ਦੀ ਵਾਰੀ ਆਉਂਦੀ ਹੈ। ਸਿੱਖ ਤਾਂ ਹੋ ਸਕਦਾ ਹੈ ਦੁਨੀਆ ਦਾ ਸਭ ਤੋਂ ਛੋਟਾ ਧਰਮ ਹੋਵੇ, ਕਿਉਂਕਿ ਇਸ ਦੀ ਗਿਣਤੀ ਸ਼ਾਇਦ ਦੁਨੀਆ ਦੀ ਕੁੱਲ ਆਬਾਦੀ ਦਾ 0.0 ਕੁਝ ਫੀਸਦੀ ਹੀ ਹੋਵੇ। ਯੂਰਪੀਅਨ ਦੇਸ਼ਾਂ ਵਿੱਚ ਖੁਸ਼ੀ ਦੀਆਂ ਪਾਰਟੀਆਂ ਤੇ ਇਥੋਂ ਤੱਕ ਕਿ ਕਿਸੇ ਦੇ ਮਰ ਜਾਣ ਤੇ ਵੀ ਕਈ ਅੰਤਮ ਰਸਮਾਂ ਸ਼ਰਾਬ ਨਾਲ ਜਾਂ ਸ਼ਰਾਬ ਪੀ ਕੇ ਕੀਤੀਆਂ ਜਾਂਦੀਆਂ ਹਨ। ਸੈਕਰਾਮੈਂਟਲ ਵਾਈਨ ਜੋ ਗਿਰਜਾ ਘਰਾਂ ਵਿੱਚ ਹੁਣ ਵੀ ਪੀਤੀ ਜਾਂਦੀ ਹੈ, ਇਹ ਹਿੰਦੂਆਂ ਦੇ ਸੋਮਰਸ ਵਰਗੀ ਹੁੰਦੀ ਹੈ। ਅੰਗੂਰਾਂ ਦੀ ਸ਼ਰਾਬ ਬਣਾਉਣ ਦਾ ਉਹੀ ਤਰੀਕਾ ਹੈ ਜੋ ਦੂਸਰੀ ਆਮ ਵਾਈਨ ਦਾ, ਜਿਨ੍ਹਾਂ ਨੂੰ ਟੇਬਲ ਵਾਈਨ ਕਿਹਾ ਜਾਂਦਾ ਹੈ, ਪਰ ਇਸ ਵਿੱਚ ਹੋਰ ਕੋਈ ਵੀ ਚੀਜ਼ ਨਹੀਂ ਮਿਲਾਈ ਜਾਂਦੀ। ਭਾਰਤ ਵਿੱਚੋਂ ਇਹ ਸ਼ਰਾਬ ਸਿੱਧੀ ਜਾਂ ਤਾਂ ਗੋਆ ਤੋਂ ਸਪਲਾਈ ਹੁੰਦੀ ਹੈ ਤੇ ਜਾਂ ਕੇਰਲਾ ਤੋਂ। ਮੁਸਲਮਾਨਾਂ ਦੇ ਸੂਫੀ ਫਕੀਰ ਤੇ ਹੋਰ ਕਈ ਤਬਕੇ ਤੰਬਾਕੂ, ਚਰਸ, ਸੁੱਖਾ ਆਦਿ ਨਸ਼ਿਆਂ ਦਾ ਖੁੱਲ੍ਹ ਕੇ ਪ੍ਰਯੋਗ ਕਰਦੇ ਹਨ। ਸਿੱਖਾਂ ਦੇ ਨਿਹੰਗ ਸਿੰਘ ਸੁੱਖਾ ਘੋੜ ਕੇ ਪੀਂਦੇ ਹਨ ਤੇ ਇਸ ਨੂੰ ਸੁੱਖ ਨਿਧਾਨ ਕਹਿ ਕੇ ਵਡਿਆਉਂਦੇ ਹਨ। ਪਰ ਅਮਰੀਕਾ ਵਿੱਚ ਜੇ ਫੁੱਟਕ ਉੱਚਾ ਭੰਗ ਭਾਵ ਸੁੱਖਾ ਜਾਂ ਸੁੱਖੇ ਦਾ ਬੂਟਾ ਵੀ ਕਿਸੇ ਦੇ ਘਰ ਉੱਗਿਆ ਹੋਇਆ ਮਿਲ ਜਾਵੇ ਤਾਂ ਉਸ ਘਰ ਵਾਲੇ ਨੂੰ 7 ਸਾਲ ਦੀ ਕੈਦ ਕਰਵਾਉਣ ਲਈ ਉਹ ਇੱਕ ਬੂਟਾ ਹੀ ਕਾਫੀ ਹੈ। ਪਰ ਇੱਥੇ ਸੜਕਾਂ ਦੇ ਕਿਨਾਰੇ ਤੇ ਖੇਤਾਂ ਦੇ ਬੰਨਿਆਂ ਤੇ ਭੰਗ ਹੀ ਭੰਗ ਉੱਗੀ ਹੋਈ ਹੈ। ਦੁਨੀਆ ਵਿੱਚ ਸਿਰਫ ਇਸਲਾਮ ਧਰਮ ਵਿੱਚ ਹੀ ਸੂਰ ਦਾ ਮਾਸ ਖਾਣਾ ਸਖਤੀ ਨਾਲ ਮਨ੍ਹਾ ਹੈ। ਇੰਨੀ ਸਖਤੀ ਨਾਲ ਮਨ੍ਹਾ ਹੈ ਕਿ ਮੁਸਲਮਾਨ ਇਹ ਵਿਸ਼ਵਾਸ ਰੱਖਦੇ ਹਨ ਕਿ ਜੇ ਕੋਈ ਮੁਸਲਮਾਨ ਸੂਰ ਸ਼ਬਦ ਦਾ ਉਚਾਰਨ ਵੀ ਕਰ ਦੇਵੇ ਤਾਂ 8 ਪਹਿਰ ਉਸ ਦੀ ਜ਼ੁਬਾਨ ਨਾਪਾਕ ਰਹਿੰਦੀ ਹੈ। ਇਸੇ ਲਈ ਹੀ ਪਾਕਿਸਤਾਨ ਵਾਲੇ ਪੰਜਾਬ ਵਿੱਚ ਸੂਰ ਨੂੰ ਸੂਰ ਨਹੀਂ ਕਹਿੰਦੇ, ਬਾਹਰਲੇ ਸ਼ਬਦ ਨਾਲ ਸੰਬੋਧਨ ਕਰਦੇ ਹਨ, ਜਿਸ ਦਾ ਸਿੱਧਾ ਹੀ ਮਤਲਬ ਹੁੰਦਾ ਹੈ ਕਿ ਸੂਰ ਦੀ ਗੱਲ ਕੀਤੀ ਜਾ ਰਹੀ ਹੈ। ਪਾਕਿਸਤਾਨ ਵਿੱਚ ਜੇ ਕੋਈ ਸੂਰ ਦੀ ਪੂਛ ਜ਼ਿਲ੍ਹੇ ਦੇ ਡੀਸੀ ਦੀ ਮੇਜ਼ ਉੱਤੇ ਰੱਖ ਦੇਵੇ ਤਾਂ ਉਸ ਨੂੰ ਉਸੇ ਵੇਲੇ ਹੀ 500 ਪਾਕਿਸਤਾਨੀ ਰੁਪਈਏ ਇਨਾਮ ਵਜੋਂ ਮਿਲਦੇ ਹਨ। ਕਹਿੰਦੇ ਹਨ ਇੱਕ ਵਾਰ ਉਰਦੂ ਦੇ ਮਸ਼ਹੂਰ ਕਵੀ ਤੇ ਮੁਸਲਮਾਨ ਮਿਰਜ਼ਾ ਗਾਲਬ ਨੂੰ ਦਿੱਲੀ ਵਿੱਚ ਅੰਗਰੇਜ਼ ਸਰਕਾਰ ਨੇ ਗ੍ਰਿਫਤਾਰ ਕਰ ਲਿਆ। ਅੰਗਰੇਜ਼ ਮੈਜਿਸਟ੍ਰੇਟ ਨੇ ਮਿਰਜ਼ਾ ਗਾਲਬ ਨੂੰ ਪੁੱਛਿਆ, ਮੁਸਲਮਾਨ ਹੈ ਜੀ? ਅੱਧਾ। ਮਿਰਜ਼ਾ ਗਾਲਬ ਨੇ ਜਵਾਬ ਦਿੱਤਾ,
ਮੈਜਿਸਟ੍ਰੇਟ ਨੇ ਪੁੱਛਿਆ, ਇਹ ਕੀ ਗੱਲ ਹੋਈ? ਕਦੀ ਕੋਈ ਕਿਸੇ ਧਰਮ ਵਿੱਚ ਅੱਧਾ ਵੀ ਹੁੰਦਾ ਹੈ? ਤਾਂ ਮਿਰਜ਼ਾ ਗਾਲਬ ਨੇ ਝਟ ਕਿਹਾ, ਹਜ਼ੂਰ, ਸ਼ਰਾਬ ਪੀ ਲੈਂਦਾ ਹਾਂ, ਸੂਰ ਨਹੀਂ ਖਾਂਦਾ, ਇਸ ਲਈ ਅੱਧਾ ਮੁਸਲਮਾਨ ਹਾਂ। ਇਹੋ ਹੀ ਮਿਰਜ਼ਾ ਗਾਲਬ ਅੰਗਰੇਜ਼ ਗਵਰਨਰ ਜਨਰਲ ਦੀ ਕੁੜੀ ਨੂੰ ਉਰਦੂ ਪੜ੍ਹਾਉਣ ਲਈ ਟਿਊਟਰ ਰੱਖਿਆ ਗਿਆ ਸੀ। ਜਦੋਂ ਮਹੀਨੇ ਬਾਅਦ ਤਨਖਾਹ ਮਿਲੀ ਤਾਂ ਮਿਰਜ਼ਾ ਗਾਲਬ ਸਾਰੀ ਤਨਖਾਹ ਦੀ ਹੀ ਸ਼ਰਾਬ ਖਰੀਦ ਲਿਆਇਆ। ਜਦੋਂ ਕਈ ਘੜੇ ਸ਼ਰਾਬ ਵਿਹੜੇ ਵਿੱਚ ਆ ਪਹੁੰਚੀ ਤਾਂ ਗਾਲਬ ਸਾਹਿਬ ਦੀ ਪਤਨੀ ਨੇ ਪੁੱਛਿਆ, ਹੁਣ ਸਾਰਾ ਮਹੀਨਾ ਰੋਟੀ ਕਿੱਥੋਂ ਖਾਣੀ ਹੈ? ਤਾਂ ਮਿਰਜ਼ਾ ਗਾਲਬ ਨੇ ਕਿਹਾ, ਬੇਗਮ, ਰੋਟੀ ਤਾਂ ਰੱਬ ਨੇ ਹਰ ਬੰਦੇ ਨੂੰ, ਭਾਵੇਂ ਉਹ ਕਿੱਡਾ ਵੀ ਗੁਨਾਹਗਾਰ ਕਿਉਂ ਨਾ ਹੋਵੇ, ਦੇਣੀ ਹੀ ਦੇਣੀ ਹੈ। ਇਹ ਅੱਲਾਹ ਤਾਲਾ ਦਾ ਵਾਅਦਾ ਹੈ, ਪਰ ਸ਼ਰਾਬ ਉਹਨੇ ਨਹੀਂ ਸੀ ਦੇਣੀ, ਇਸ ਲਈ ਮੈਂ ਇਹ ਆਪਣੀ ਖਰੀਦ ਲਿਆਇਆ ਹਾਂ। ਹਜ਼ਰਤ ਮੁਹੰਮਦ ਸਾਹਿਬ ਦੇ ਸੂਰ ਦਾ ਮਾਸ ਖਾਣ ਜਾਂ ਖਾਣਾ ਮਨਾ ਕਰਨ ਦਾ ਕਾਰਨ ਇਹ ਸੀ ਕਿ ਮੈਦਾਨੇ ਜੰਗ ਵਿੱਚ ਫੌਜ ਦੇ ਲੰਗਰ ਵਿੱਚ ਬਣਿਆ ਹੋਇਆ ਸੂਰ ਦਾ ਮਾਸ ਜ਼ਹਿਰੀਲਾ ਸੀ, ਜਿਸ ਨੂੰ ਖਾ ਕੇ ਸਾਰੀ ਫੌਜ ਹੀ ਮਾਰੀ ਗਈ ਸੀ। ਸੂਰ ਦੇ ਮਾਸ ਵਿੱਚ ਇੰਨੀਆਂ ਬਿਮਾਰੀਆਂ ਹੁੰਦੀਆਂ ਹਨ ਕਿ ਗਿਣੀਆਂ ਨਹੀਂ ਜਾ ਸਕਦੀਆਂ। ਮਿਰਗੀ ਦੀ ਬਿਮਾਰੀ ਸੂਰ ਦਾ ਮਾਸ ਖਾਣ ਨਾਲ ਵੀ ਹੁੰਦੀ ਹੈ। ਸੂਰ ਦਾ ਮਾਸ ਜ਼ਹਿਰੀਲਾ ਵੀ ਬਹੁਤ ਜਲਦੀ ਹੁੰਦਾ ਹੈ ਤੇ ਸੂਰ ਦੇ ਮਾਸ ਵਿੱਚ ਚਰਬੀ ਬਹੁਤ ਹੋਣ ਕਰਕੇ ਕੀੜੇ ਵੀ ਬਹੁਤ ਜਲਦੀ ਪੈਂਦੇ ਹਨ। ਸੂਰ ਦੇ ਮਾਸ ਦੇ ਅੰਦਰ ਕਈ ਜਰਾਸੀਮ ਐਸੇ ਹੁੰਦੇ ਹਨ ਜੋ ਮਾਸ ਨੂੰ 100 ਡਿਗਰੀ ਤੇ ਉਬਾਲਣ ਨਾਲ ਵੀ ਨਹੀਂ ਮਰਦੇ। ਖਾਸ ਤੌਰ ਤੇ ਜੋੜਾਂ ਦੇ ਅੰਦਰ ਰਹਿਣ ਵਾਲੇ ਜਰਾਸੀਮ ਤਾਂ ਬਹੁਤ ਚੰਗੀ ਤਰ੍ਹਾਂ ਹੀ ਮਾਸ ਪਕਾਉਣ ਨਾਲ ਮਰਦੇ ਹਨ। ਪੰਜਾਬ ਵਿੱਚ ਮਿਰਗੀ ਫਾਰਮਾਂ ਨੂੰ ਧੰਦੇ ਦੇ ਰੂਪ ਵਿੱਚ ਵਿਕਸਿਤ ਕਰਨ ਤੇ ਸਰਕਾਰ ਨੇ ਬਹੁਤ ਜ਼ੋਰ ਲਾਇਆ, ਪਰ ਬੁਰੀ ਤਰ੍ਹਾਂ ਨਾਕਾਮ ਰਹੀ। ਅਸਲ ਵਿੱਚ ਭਾਰਤ ਦੇ ਲੋਕ ਸੂਰ ਦਾ ਮਾਸ ਖਾ ਕੇ ਖੁਸ਼ ਨਹੀਂ ਸੀ, ਜਾਂ ਖੁਸ਼ ਹੀ ਨਹੀਂ, ਇਹ ਸਸਤਾ ਵੀ ਬਹੁਤ ਹੁੰਦਾ ਹੈ। ਹੈਮ, ਬੇਕਨ, ਸਾਸਿਜਿਸ ਤੇ ਸੂਰ ਦੇ ਮਾਸ ਦਾ ਹੋਰ ਵੀ ਕਈ ਕੁਝ ਬਣਦਾ ਹੈ। ਯੂਰਪ ਦੇ ਦੱਖਣੀ ਅਫਰੀਕਾ ਦੇ ਬਹੁਤੇ ਦੇਸ਼ਾਂ ਵਿੱਚ ਸੂਰ ਸਵੇਰ ਦੇ ਨਾਸ਼ਤੇ, ਦੁਪਹਿਰ ਦੇ ਭੋਜਨ ਤੇ ਰਾਤ ਦੇ ਖਾਣੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਹੀ ਖਾਣੇ ਵਾਲੇ ਮੇਜ਼ ਤੇ ਆਉਂਦਾ ਹੈ। ਦੱਖਣੀ ਅਫਰੀਕਾ ਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਸੂਰ ਦੀ ਤੁਲਨਾ ਨਗੀਨੇ ਨਾਲ ਕੀਤੀ ਗਈ ਹੈ। ਅਫਰੀਕਾ ਦੇ ਕਈ ਦੇਸ਼ਾਂ ਦੇ ਕਬੀਲਿਆਂ ਵਿੱਚ ਤਾਂ ਸੂਰ ਕਰੰਸੀ ਦੇ ਤੌਰ ਤੇ ਵਰਤਿਆ ਜਾਂਦਾ ਹੈ, ਬਲਕਿ ਇੱਥੋਂ ਤੱਕ ਕਿ ਵਿਆਹ ਦੀ ਗੱਲਬਾਤ ਵਿੱਚ ਲਾੜੇ ਨੂੰ ਕੁੜੀ ਵਾਲਿਆਂ ਨੂੰ ਪਹਿਲਾਂ ਤੋਂ ਹੀ ਤੈਅਸ਼ੁਦਾ ਸਮਝੌਤੇ ਅਨੁਸਾਰ ਸੂਰ ਦੇਣੇ ਪੈਂਦੇ ਹਨ। ਪੱਛਮੀ ਦੇਸ਼ਾਂ ਵਿੱਚ ਤਾਂ ਸੂਰ ਪਾਲਣ ਦੇ ਢੰਗ ਵੀ ਬਹੁਤ ਵਿਗਿਆਨਕ ਹੋ ਗਏ ਹਨ। ਹੁਣ ਸੂਰ ਇਥੋਂ ਵਾਂਗ ਬਾਹਰ ਚਿੱਕੜ ਵਿੱਚੋਂ ਗੰਦਮੰਦ ਨਹੀਂ ਖਾਂਦੇ ਫਿਰਦੇ, ਇਹਨਾਂ ਨੂੰ ਬਾਕਾਇਦਾ ਛੱਡਾਂ ਵਿੱਚ ਰੱਖਿਆ ਜਾਂਦਾ ਹੈ। 2 ਵਾਰ ਨਹਾਇਆ ਜਾਂਦਾ ਹੈ ਤੇ ਮੁਰਗੀਆਂ ਵਾਂਗ ਸੰਤੁਲਿਤ ਖੁਰਾਕ ਪਾਈ ਜਾਂਦੀ ਹੈ। ਇੱਥੇ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਕਿਤੇ ਤਾਂ ਸੂਰ ਦਾ ਨਾਂ ਲੈਣਾ ਵੀ ਮੁਨਾਸਬ ਨਹੀਂ ਸਮਝਿਆ ਜਾਂਦਾ ਤੇ ਕਿਤੇ ਇਸ ਨੂੰ ਨਗੀਨੇ ਭਾਵ ਹੀਰੇ ਨਾਲ ਤੁਲਨਾ ਦਿੱਤੀ ਜਾਂਦੀ ਹੈ। ਠੀਕ ਕੀ ਹੈ ਤੇ ਗਲਤ ਕੀ ਹੈ ਦਾ ਫੈਸਲਾ ਕੌਣ ਕਰੇਗਾ? ਪੱਛਮੀ ਦੇਸ਼ਾਂ ਵਿੱਚ ਮੂੰਹ ਚੁੰਮਣਾ, ਹੱਥ ਮਿਲਾਉਣਾ, ਜੱਫੀ ਪਾਉਣੀ, ਗੱਲ ਨਾਲ ਗੱਲ ਲਾਉਣੀ ਪਿਆਰ ਤੇ ਸ਼ਿਸ਼ਟਾਚਾਰ ਦਾ ਪ੍ਰਤੀਕ ਹੈ। ਪਰ ਕਈ ਦੇਸ਼ਾਂ ਵਿੱਚ, ਖਾਸ ਕਰ ਮੁਸਲਿਮ ਦੇਸ਼ਾਂ ਵਿੱਚ, ਔਰਤ ਮਰਦਾਂ ਦੇ ਬਰਾਬਰ ਮਸਜਿਦ ਵਿੱਚ ਜਾ ਕੇ ਨਮਾਜ਼ ਵੀ ਨਹੀਂ ਪੜ੍ਹ ਸਕਦੀ। ਪਾਕਿਸਤਾਨ ਵਿੱਚ ਮੈਂ ਵੇਖਿਆ ਹੈ ਕਿ ਜੇ ਕੋਈ ਪ੍ਰਾਹੁਣਾ ਘਰ ਆਵੇ ਤੇ ਘਰ ਵਿੱਚ ਕੋਈ ਮਰਦ ਮੈਂਬਰ ਨਾ ਹੋਵੇ ਤੇ ਜੇ ਦਰਵਾਜ਼ਾ ਔਰਤ ਨੂੰ ਖੋਲ੍ਹਣਾ ਪੈ ਜਾਵੇ ਤਾਂ ਉਹ ਸਿੱਧਾ ਦਰਵਾਜ਼ਾ ਖੋਲ੍ਹ ਕੇ ਉਸ ਬੰਦੇ ਨਾਲ ਗੱਲਾਂ ਨਹੀਂ ਕਰਨ ਲੱਗ ਪੈਂਦੀ। ਪਹਿਲਾਂ ਤਾਂ ਉਹ ਚੰਗੀ ਤਰ੍ਹਾਂ ਚਾਦਰ ਉੱਤੇ ਲੈਂਦੀ ਹੈ ਤੇ ਇੱਕ ਤਰ੍ਹਾਂ ਦਾ ਘੁੰਡ ਜਿਹਾ ਕੱਢ ਲੈਂਦੀ ਹੈ, ਫਿਰ ਅੰਦਰੋਂ ਦਰਵਾਜ਼ਾ ਖੋਲ੍ਹ ਕੇ ਤਖਤੇ ਦੇ ਪਿੱਛੇ ਖਲੋ ਜਾਂਦੀ ਹੈ। ਜੇ ਤਾਂ ਪ੍ਰਾਹੁਣਾ ਕੋਈ ਨਜ਼ਦੀਕੀ ਰਿਸ਼ਤੇਦਾਰ ਹੋਵੇ ਤਾਂ ਦੁਆ ਸਲਾਮ ਕਰਕੇ ਅੰਦਰ ਆਉਣ ਲਈ ਕਹਿ ਦਿੰਦੀ ਹੈ
ਤੇ ਜੇ ਕੋਈ ਅਜਨਬੀ ਹੋਵੇ ਤੇ ਘਰ ਦੇ ਮਰਦ ਦੀ ਗੈਰ ਮੌਜੂਦਗੀ ਵਿੱਚ ਉਸ ਨੂੰ ਬੈਠਣ ਲਈ ਨਾ ਕਹਿਣਾ ਹੋਵੇ ਤਾਂ ਉਹ ਦੱਸ ਦਿੰਦੀ ਹੈ, ਭਾਈਆ ਜੀ ਅਸਲਮ ਦੇ ਅੱਬੂ ਘਰ ਨਹੀਂ, ਸ਼ਾਮ ਤੱਕ ਘਰ ਮੁੜਨਗੇ। ਇਸੇ ਪਰਦਾਫੋਸ਼ੀ ਤੇ ਘੱਟ ਗੱਲਾਂ ਕਰਨ ਨੂੰ ਹੀ ਉੱਥੇ ਔਰਤ ਦੇ ਇੱਜ਼ਤਦਾਰ ਤੇ ਭਲੀ ਮਾਨਸ ਗ੍ਰਹਿਣੀ ਹੋਣ ਦਾ ਖਿਤਾਬ ਮਿਲਦਾ ਹੈ। ਪਰ ਪੱਛਮ ਆਦਿ ਦੇਸ਼ਾਂ ਵਿੱਚ ਇਸ ਬੇਰੁਖੀ ਜਿਹੀ ਨੂੰ ਬੇਹਯਾਈ ਤੇ ਗੰਵਾਰਪੁਣਾ ਸਮਝਿਆ ਜਾਂਦਾ ਹੈ। ਫਲਸਤੀਨ ਦਾ ਰਾਸ਼ਟਰਪਤੀ ਯਾਸਰ ਅਰਾਫਾਤ ਜਿੰਨੀ ਵਾਰੀ ਵੀ ਭਾਰਤ ਆਉਂਦਾ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜੱਫੀ ਪਾ ਕੇ ਮਿਲਦਾ ਸੀ। 3 ਵਾਰੀ ਕਦੇ ਉਹ ਮੋਢੇ ਲੱਗ ਕੇ ਤੇ ਗੱਲ ਨਾਲ ਗੱਲ ਤੇ ਫਿਰ ਦੂਸਰੇ ਮੋਢੇ ਲੱਗ ਕੇ ਦੂਸਰੀ ਗੱਲ ਨਾਲ ਗੱਲ ਲਾ ਕੇ ਮਿਲਦਾ। ਇਥੋਂ ਦੇ ਕਈ ਕੱਟੜ ਖਿਆਲੀ ਹਿੰਦੂ ਇਸ ਦਾ ਬਹੁਤ ਬੁਰਾ ਮਨਾਉਂਦੇ ਸਨ, ਪਰ ਪੱਛਮੀ ਦੇਸ਼ਾਂ ਨੂੰ ਇਸ ਵਿੱਚ ਕੁਝ ਵੀ ਬੁਰਾ ਨਹੀਂ ਸੀ ਲੱਗਦਾ। ਇਹ ਤਾਂ ਉਹਨਾਂ ਦੇ ਮਿਲਣ ਦਾ ਇੱਕ ਤਰੀਕਾ ਹੈ। ਸਿੱਖ ਤੇ ਹਿੰਦੂ ਹੱਥ ਜੋੜ ਕੇ ਸਿਰ ਨਵਾ ਕੇ ਸਤਿ ਸ਼੍ਰੀ ਅਕਾਲ ਜਾਂ ਰਾਮ ਰਾਮ ਜਾਂ ਨਮਸਕਾਰ ਜੀ ਕਹਿੰਦੇ ਹਨ, ਪਰ ਮੁਸਲਮਾਨ ਅਸਲਾਮਾਲੇਕਮ ਕਹਿਣ ਤੋਂ ਪਹਿਲਾਂ ਧੌਣ ਨੂੰ ਇਸ ਤਰ੍ਹਾਂ ਅਕੜਾ ਲੈਂਦੇ ਹਨ ਜਿਵੇਂ ਧੌਣ ਵਿੱਚ ਕਿੱਲਾ ਗੱਡਿਆ ਹੋਇਆ ਹੋਵੇ। ਕਈਆਂ ਦੇਸ਼ਾਂ ਵਿੱਚ ਆਪਣੇ ਤੋਂ ਵੱਡੇ ਦਾ ਨਾਂ ਲੈਣਾ ਗੁਸਤਾਖੀ ਸਮਝਿਆ ਜਾਂਦਾ ਹੈ, ਪਰ ਪੱਛਮੀ ਦੇਸ਼ਾਂ ਵਿੱਚ 3-3 ਸਾਲ ਦੇ ਬੱਚੇ ਵੀ 90 ਸਾਲਾਂ ਦੇ ਬੁੱਢੇ ਨੂੰ ਨਾਂ ਨਾਲ ਬੁਲਾਉਂਦੇ ਹਨ। ਇੱਥੋਂ ਤੱਕ ਕਿ ਸਕੂਲ ਵਿੱਚ ਪਹਿਲੀ ਵਿੱਚ ਪੜ੍ਹਦਾ ਬੱਚਾ ਵੀ ਆਪਣੀ ਮਾਸਟਰਾਣੀ ਨੂੰ ਹੈਲੋ ਮਿਸਿਜ਼ ਲਾਰਸਨ ਜਾਂ ਕੋਈ ਵੀ ਮਾਸਟਰਾਣੀ ਦਾ ਨਾਂ ਹੋਵੇ ਕਹਿ ਕੇ ਬੁਲਾਉਂਦਾ ਹੈ। ਉੱਥੇ ਇਸ ਗੱਲ ਦਾ ਬੁਰਾ ਮਨਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਏਸ਼ੀਆਈ ਦੇਸ਼ਾਂ ਦੇ ਤੇ ਖਾਸ ਕਰ ਭਾਰਤ ਜਾਂ ਪਾਕਿਸਤਾਨ ਵਿੱਚ ਤਾਂ ਜੇ ਕੋਈ ਨਿਆਣਾ ਕਿਸੇ ਮਾਮੇ ਚਾਚੇ ਦਾ ਵੀ ਨਾਂ ਲੈ ਦੇਵੇ ਤਾਂ ਜ਼ਮੀਨ ਪੁੱਠੀ ਹੋਣ ਨੂੰ ਕਰਦੀ ਹੈ। ਕਈ ਵਾਰ ਤਾਂ ਮਾਂ ਪਿਓ ਚਪੇੜਾਂ ਨਾਲ ਬੱਚੇ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ ਕਿ ਗੁਸਤਾਖੀ ਕਿਉਂ ਕੀਤੀ। ਕਈ ਸਮਾਜਾਂ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ ਤੇ ਕਈ ਥਾਈਂ ਔਰਤ ਹੀ ਪ੍ਰਧਾਨ ਹੁੰਦੀ ਹੈ ਤੇ ਪਤਨੀ ਦੇ ਨਾਂ ਨਾਲ ਪਤੀ ਦਾ ਨਾਂ ਜੁੜ ਕੇ ਉਸ ਦੀ ਪਛਾਣ ਬਣਦੀ ਹੈ। ਭਾਰਤ ਦੇ ਦੱਖਣੀ ਰਾਜਾਂ ਵਿੱਚ ਐਸਾ ਰਿਵਾਜ ਹੈ ਜਿਵੇਂ ਕਮਲਾ ਨਾਂ ਦੀ ਔਰਤ ਪਤਨੀ ਹੋਵੇ ਤਾਂ ਪਤੀ ਦਾ ਨਾਂ ਬਣੇਗਾ ਕਮਲਾਪਤੀ। ਅੱਗੇ ਉਸ ਦਾ ਗੋਤ ਜੇ ਤ੍ਰਿਪਾਠੀ ਹੋਵੇ ਤਾਂ ਪੂਰਾ ਨਾਂ ਬਣੇਗਾ ਕਮਲਾ ਦਾ ਪਤੀ ਤ੍ਰਿਪਾਠੀ, ਅਰਥਾਤ ਕਿਹੜਾ ਤ੍ਰਿਪਾਠੀ? ਜਵਾਬ ਹੈ ਉਹ ਤ੍ਰਿਪਾਠੀ ਜਿਹੜਾ ਕਮਲਾ ਦਾ ਪਤੀ ਹੈ। ਇਸ ਤਰ੍ਹਾਂ ਪੂਰਾ ਨਾਂ ਬਣ ਗਿਆ ਕਮਲਾਪਤੀ ਤ੍ਰਿਪਾਠੀ। ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਖਸ ਨਾਂ ਦੀ ਜਾਤੀ ਹੈ। ਖਸ ਦਾ ਮਤਲਬ ਖਸੀਆ ਤੇ ਖਸੀਆ ਤੋਂ ਭਾਵ ਹੈ ਨਮਰਦ ਜਿਹੇ ਵਿਅਕਤੀ। ਭਾਵੇਂ ਇਸ ਜਾਤੀ ਦੇ ਲੋਕ ਆਪਣੇ ਆਪ ਨੂੰ ਨਮਰਦ ਅਤੇ ਕਮਜ਼ੋਰ ਨਹੀਂ ਮੰਨਦੇ, ਪਰ ਆਲੇ ਦੁਆਲੇ ਦੇ ਸੂਬਿਆਂ ਦੇ ਲੋਕਾਂ ਨੇ ਇਹਨਾਂ ਦੇ ਰਿਵਾਜਾਂ ਕਰਕੇ ਇਹਨਾਂ ਦਾ ਇਹੀ ਨਾਂ ਪਾਇਆ ਹੋਇਆ ਹੈ। ਅੱਜ ਕੱਲ ਇਸੇ ਹੀ ਜਾਤੀ ਦਾ ਇੱਥੇ ਰਾਜ ਹੈ। ਇਸ ਰਾਜ ਦੀ ਸੀਮਾ ਦੇ ਨਾਲ ਤਿੱਬਤ ਤੇ ਚੀਨ, ਦੂਜੇ ਪਾਸੇ ਮਿਜ਼ੋਰਮ ਤੇ ਨਾਗਾਲੈਂਡ ਵਗੈਰਾ ਲੱਗਦੇ ਹਨ। ਇਹ ਸਾਰੇ ਸੂਬੇ ਅਸਾਮ ਵਿੱਚੋਂ ਨਿਕਲੇ ਹੋਏ ਹਨ ਤੇ ਇਹ 2 ਜ਼ਿਲ੍ਹਿਆਂ ਤੇ ਆਧਾਰਿਤ ਸੂਬਾ ਹੈ। ਇਸ ਦੇ ਨਾਲ ਹੀ ਮਿਜ਼ੋਰਮ ਹੈ ਜੋ ਕਿ 1970 ਵਿੱਚ ਸਿਰਫ ਜ਼ਿਲ੍ਹਾ ਪਰਿਸ਼ਦ ਹੀ ਬਣੀ ਸੀ। ਬਾਅਦ ਵਿੱਚ ਅਰੁਣਾਚਲ ਤੇ ਮਿਜ਼ੋਰਮ ਨੂੰ ਕੇਂਦਰ ਅਧੀਨ ਇਲਾਕੇ ਯੂਨੀਅਨ ਟੈਰਾਟਰੀ ਦਾ ਦਰਜਾ ਦੇ ਦਿੱਤਾ ਗਿਆ ਸੀ ਤੇ ਇਸ ਤੋਂ ਮਗਰੋਂ ਇਹਨਾਂ ਨੂੰ ਸੂਬੇ ਦਾ ਦਰਜਾ ਮਿਲ ਗਿਆ। ਖਾਸ ਜਾਤੀ ਇਸਤਰੀ ਪ੍ਰਧਾਨ ਸਮਾਜ ਹੈ। ਜਾਇਦਾਦ ਪੁਸ਼ਤ ਦਰ ਪੁਸ਼ਤ ਔਰਤ ਦੇ ਨਾਂ ਚੱਲਦੀ ਹੈ ਤੇ ਔਰਤ ਮੁੱਖ ਹੋਣ ਕਰਕੇ ਬੰਦੇ ਨੂੰ ਵਿਆਹ ਕੇ ਆਪਣੇ ਘਰ ਲਿਆਉਂਦੀ ਹੈ। ਘਰ ਵਿੱਚ ਔਰਤ ਦੀ ਚੱਲਦੀ ਹੈ ਤੇ ਬੰਦਾ ਉਸਦੇ ਕਹੇ ਅਨੁਸਾਰ ਉਸਦਾ ਨੌਕਰ ਮਾਤਰ ਹੈ।
ਇੱਕ ਭੀਲ ਜਾਤੀ ਹੈ, ਏਕਲਵਯ ਵੀ ਇਸੇ ਜਾਤੀ ਵਿੱਚੋਂ ਹੀ ਸੀ। ਇੱਕ ਭੀਲ ਜਾਤੀ ਹੈ, ਏਕਲਵਯ ਵੀ ਇਸੇ ਜਾਤੀ ਵਿੱਚੋਂ ਹੀ ਸੀ। ਇਹਨਾਂ ਦੇ ਵਿਆਹ ਦਾ ਨਾਂ ਗੋਲ ਗਦੇੜੂ ਹੈ। ਜਿਸ ਤਰ੍ਹਾਂ ਸਿੱਖਾਂ ਦੇ ਵਿਆਹ ਦਾ ਨਾਂ ਆਨੰਦ ਕਾਰਜ ਹੈ, ਗੋਲ ਗਦੇੜੂ ਕਰਨ ਵਾਸਤੇ ਉਹ ਸੱਦਾ ਪੱਤਰ ਭੇਜਦੇ ਹਨ। ਤੇ ਜਿਵੇਂ ਛਿੰਝ ਪੈਂਦੀ ਹੈ, ਉਸੇ ਤਰ੍ਹਾਂ ਲੋਕ ਗੋਲ ਧਾਰੇ ਵਿੱਚ ਬਹਿ ਜਾਂਦੇ ਹਨ। ਅੱਧ ਵਿੱਚ ਇੱਕ ਕਾਫੀ ਉੱਚਾ ਗੋਲ ਮੂੰਗਲਾ ਜਿਹਾ ਗੱਡ ਲੈਂਦੇ ਹਨ, ਜੋ ਬੜਾ ਤਿਲਕਣਾ ਜਿਹਾ ਹੁੰਦਾ ਹੈ। ਉਸ ਉੱਤੇ ਖੂਬ ਤੇਲ ਪਾ ਦਿੰਦੇ ਹਨ। ਵਿਆਹਯੋਗ ਕੁੜੀਆਂ ਉਸ ਮੂੰਗਲੇ ਦੇ ਦੁਆਲੇ ਘੇਰਾ ਬਣਾ ਲੈਂਦੀਆਂ ਹਨ। ਵਿਆਹ ਕਰਵਾਉਣ ਦਾ ਚਾਹਵਾਨ ਮੁੰਡਾ ਉਸ ਗੋਲ ਮੂੰਗਲੇ ਜਿਹੇ ਦੇ ਉਤਲੇ ਸਿਰੇ ਤੱਕ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਕੁੜੀਆਂ ਛਿੱਤਰ ਲੈ ਕੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੀਆਂ ਹਨ। ਤਿਲਕਣਾ ਹੋਣ ਕਰਕੇ ਤੇ ਉਧਰੋਂ ਕੁੱਟ ਪੈਂਦੀ ਹੋਣ ਕਰਕੇ ਆਮ ਤੌਰ ਤੇ ਛੇਤੀ ਕੀਤੇ ਕੋਈ ਮੁੰਡਾ ਉਸ ਕਾਫੀ ਉੱਚੇ ਸਾਰੇ ਮੂੰਗਲੇ ਤੇ ਚੜ੍ਹਨ ਵਿੱਚ ਕਾਮਯਾਬ ਨਹੀਂ ਹੁੰਦਾ। ਪਰ ਜੇ ਕੋਈ ਕਾਮਯਾਬ ਹੋ ਜਾਵੇ ਤਾਂ ਫਿਰ ਜਿਸ ਕੁੜੀ ਤੇ ਉਹ ਉਂਗਲੀ ਰੱਖੇ, ਉਸ ਦਾ ਵਿਆਹ ਉਸ ਨਾਲ ਕਰਨਾ ਪਵੇਗਾ। ਕਿਸੇ ਦਾ ਸਿੱਖਾਂ ਦੇ ਵਿਆਹਾਂ ਵਿੱਚ ਬਰਾਤ ਆਉਣ ਤੇ ਸ਼ਬਦ ਪੜਿਆ ਜਾਂਦਾ ਹੈ, ਹਮ ਘਰ ਸਾਜਨੇ ਆਏ, ਤੇ ਲਾੜੇ ਵਾਸਤੇ ਕਿਹਾ ਜਾਂਦਾ ਹੈ, ਸਾਜਣ ਲੱਦਾ ਜੀ ਸਾਰਾ ਜਗ ਢੂੰਡ ਕੇ। ਤੇ ਇਸ ਤਰ੍ਹਾਂ ਲੜਕੇ ਤੇ ਉਸ ਦੇ ਬਰਾਤੀਆਂ ਦਾ ਭਰਪੂਰ ਸਵਾਗਤ ਕੀਤਾ ਜਾਂਦਾ ਹੈ ਤੇ ਇੱਧਰ ਛਿੱਤਰ ਵਰਦੇ ਹਨ। ਠੀਕ ਕੀ ਹੈ ਤੇ ਗਲਤ ਕੀ ਹੈ, ਬਸ ਇਹ ਰਿਵਾਜ ਹੀ ਹੈ। ਗੁਜਰਾਤ ਵਿੱਚ ਤ੍ਰਿਨੇਤਰ ਨਾਂ ਦਾ ਮੇਲਾ ਲੱਗਦਾ ਹੈ। ਸ਼ਿਵਜੀ ਦੀਆਂ 3 ਅੱਖਾਂ ਕਰਕੇ ਇਸ ਮੇਲੇ ਦਾ ਇਹ ਨਾਂ ਪਿਆ ਹੈ। ਤੇ ਸ਼ਿਵਜੀ ਦਾ ਇੱਥੇ ਮੰਦਿਰ ਹੈ। ਕਹਿੰਦੇ ਹਨ ਦ੍ਰੋਪਦੀ ਦਾ ਸਵੰਬਰ ਵੀ ਇੱਥੇ ਹੀ ਹੋਇਆ ਸੀ ਤੇ ਅਰਜੁਨ ਨੇ ਮੱਛੀ ਦੀ ਅੱਖ ਇੱਥੇ ਹੀ ਵਿੰਨੀ ਸੀ। ਜਿਵੇਂ ਮੇਲਿਆਂ ਤੇ ਡੰਗਰਾਂ ਦੀ ਮੰਡੀ ਲੱਗਦੀ ਹੈ, ਇਸੇ ਤਰ੍ਹਾਂ ਹੀ ਵਿਆਹਣ ਵਾਲੇ ਮੁੰਡਿਆਂ ਤੇ ਕੁੜੀਆਂ ਦੀ ਇੱਥੇ ਇੱਕ ਤਰ੍ਹਾਂ ਦੀ ਮੰਡੀ ਜਿਹੀ ਲੱਗਦੀ ਹੈ। ਬਾਕਾਇਦਾ ਮੁੰਡੇ ਜਾਂ ਕੁੜੀ ਨੂੰ ਤੋੜ ਕੇ ਵੇਖਿਆ ਜਾਂਦਾ ਹੈ, ਜਿਵੇਂ ਮੱਝਾਂ ਗਾਈਆਂ ਵੇਖੀਆਂ ਜਾਂਦੀਆਂ ਹਨ ਕਿ ਕਿਤੇ ਕੋਈ ਲੰਗੜਾ ਤਾਂ ਨਹੀਂ। ਇਸੇ ਤਰ੍ਹਾਂ ਹੀ ਮੂੰਹ ਅੱਡ ਕੇ ਦੰਦ ਵਗੈਰਾ ਵੀ ਵੇਖੇ ਜਾਂਦੇ ਹਨ। ਫਿਰ ਦੋਵੇਂ ਧਿਰਾਂ ਚੰਗੀ ਤਰ੍ਹਾਂ ਵੇਖ ਵਿਚਾਰ ਕੇ ਪਸੰਦ ਆ ਜਾਣ ਤੇ ਕੁੜੀ ਤੇ ਮੁੰਡੇ ਦਾ ਵਿਆਹ ਕਰ ਦਿੰਦੇ ਹਨ। ਸੰਥਾਲ ਜਾਤੀ ਦੇ ਲੋਕ ਖੂਨ ਵਿੱਚ ਦੁੱਧ ਪਾ ਕੇ ਪੀਂਦੇ ਹਨ। ਇਸ ਜਾਤੀ ਦੇ ਲੋਕ ਜ਼ਿਆਦਾਤਰ ਛੋਟਾ ਨਾਗਪੁਰ ਦੇ ਨੇੜੇ ਤੇੜੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਦੱਖਣੀ ਅਫਰੀਕਾ ਦੇ ਕਈਆਂ ਦੇਸ਼ਾਂ ਵਿੱਚ ਜੇ ਕੋਈ ਪ੍ਰਾਹੁਣਾ ਘਰ ਆ ਜਾਵੇ ਤਾਂ ਉਹ ਗਾਂ ਜਾਂ ਬੌਲਦ ਦੇ ਸਿੰਗ ਨੂੰ ਗਲਾਸ ਵਾਂਗ ਵਰਤਦੇ ਹਨ ਤੇ ਪਾਣੀ ਵਗੈਰਾ ਵੀ ਉਸੇ ਵਿੱਚ ਹੀ ਪੀਂਦੇ ਹਨ। ਇੱਕ ਹੋਰ ਸਿੰਘ ਜਿਸ ਦਾ ਪਿਛਲਾ ਹਿੱਸਾ ਰਗੜ ਕੇ ਸੂਏ ਵਰਗਾ ਕੀਤਾ ਹੁੰਦਾ ਹੈ, ਕਿਸੇ ਗਾਂ ਦੇ ਖੂਨ ਵਾਲੀ ਨਾੜੀ ਵਿੱਚ ਚੁਭੋਇਆ ਜਾਂਦਾ ਹੈ ਤੇ ਗਰਮਾ ਗਰਮ ਖੂਨ ਦਾ ਉਹ ਗਲਾਸ ਰੂਪੀ ਸਿੰਘ ਭਰ ਕੇ ਪ੍ਰਾਹੁਣੇ ਨੂੰ ਪੀਣ ਲਈ ਦਿੱਤਾ ਜਾਂਦਾ ਹੈ। ਇਹ ਇੱਕ ਆਮ ਰਿਵਾਜ ਤੇ ਪ੍ਰਾਹੁਣਚਾਰੀ ਦਾ ਵਧੀਆ ਸਲੀਕਾ ਮੰਨਿਆ ਜਾਂਦਾ ਹੈ। ਪਰ ਹੋਰ ਕੋਈ ਸ਼ਾਇਦ ਇਸ ਤਰ੍ਹਾਂ ਦਾ ਲਹੂ ਨਾ ਪੀ ਸਕਦਾ ਹੋਵੇ ਤੇ ਉਲਟੀ ਕਰ ਦੇਵੇ। ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਬੱਚਾ ਮਾਂ ਦੇ ਪੇਟ ਵਿੱਚ 9 ਮਹੀਨੇ ਬਹੁਤ ਜ਼ਿਆਦਾ ਤਾਪਮਾਨ ਵਿੱਚ ਪੁੱਠਾ ਲਟਕਿਆ ਰਹਿੰਦਾ ਹੈ ਤੇ ਇਸ ਤਰ੍ਹਾਂ ਬੱਚਾ 9 ਮਹੀਨੇ ਦੁੱਖ ਭੋਗਦਾ ਹੈ। ਪਰ ਵਿਗਿਆਨੀਆਂ ਦਾ ਵਿਚਾਰ ਇਸ ਤੋਂ ਬਿਲਕੁਲ ਉਲਟ ਹੈ। ਵਿਗਿਆਨੀਆਂ ਨੇ ਸਿੱਧ ਕੀਤਾ ਹੈ ਕਿ ਜਿੰਨਾ ਸੁੱਖ ਬੱਚੇ ਨੂੰ ਮਾਂ ਦੇ ਪੇਟ ਵਿੱਚ ਮਿਲਦਾ ਹੈ, ਓਨਾ ਹੋਰ ਕਿਤੇ ਨਹੀਂ ਮਿਲਦਾ। ਬੱਚਾ ਗੁਣਗੁਣੇ ਪਾਣੀ ਦੇ ਟੱਬ ਨੁਮਾ ਭੁਗਾਨੇ ਜਿਹੇ ਵਿੱਚ ਤੈਰਦਾ ਹੈ ਤੇ ਖੁਸ਼ ਹੁੰਦਾ ਹੈ। ਅੱਜ ਕੱਲ੍ਹ ਸਕੈਨਿੰਗ ਸਕਰੀਨ ਤੇ ਹੱਸਦਾ ਤੇ ਖੁਸ਼ ਹੁੰਦਾ ਬੱਚਾ ਵੇਖਿਆ ਜਾ ਸਕਦਾ ਹੈ। ਵਿਗਿਆਨੀ ਤਾਂ ਇਸ ਸਿੱਟੇ ਤੇ ਵੀ ਪਹੁੰਚੇ ਹਨ ਕਿ ਜ਼ਿੰਦਗੀ ਦੇ ਸੁੱਖ ਆਰਾਮ ਬੱਚੇ ਦੇ 9 ਮਹੀਨੇ ਪੇਟ ਵਿੱਚ ਰਹਿਣ ਦੇ ਸੁੱਖ ਵਜੋਂ ਹੀ ਹੋਂਦ ਵਿੱਚ ਆਏ ਹਨ। ਜੋ ਲੋਕ ਕਹਿੰਦੇ ਹਨ
ਕਿ 9 ਮਹੀਨੇ ਬੱਚਾ ਮਾਂ ਦੇ ਪੇਟ ਵਿੱਚ ਵਰਦੀ ਅੱਗ ਵਿੱਚ ਦੁੱਖ ਭੋਗਦਾ ਹੈ, ਵਿਗਿਆਨੀ ਕਹਿੰਦੇ ਹਨ ਕਿ ਉਹਨਾਂ ਦੀ ਗੱਲ ਬਿਲਕੁਲ ਗਲਤ ਹੈ। ਕੋਈ ਦੱਸੇ ਕਿ ਸਧਾਰਨ ਲੋਕ ਕਿਸ ਗੱਲ ਨੂੰ ਠੀਕ ਮੰਨਣ? ਵਿਗਿਆਨੀਆਂ ਦੀ ਗੱਲ ਨੂੰ ਤਾਂ ਠੀਕ ਮੰਨਣਾ ਹੀ ਪਵੇਗਾ ਨਾ। ਸੋ ਇਸ ਭਾਗ ਲਈ ਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।